92 ਦੀਆਂ ਚੋਣਾਂ ਦਾ ਬਾਈਕਾਟ ਕਿਉਂ ਹੋਇਆ ਸੀ? ਕਿ ਬਾਦਲ ਨਹੀਂ ਸੀ ਚਾਹੁੰਦਾ ਚੋਣਾਂ ਹੋਣ ਤੇ ਜਾਂ ਤਾਂ ਸਿਮਰਜੀਤ ਮਾਨ ਤੇ ਵੀ ਲੱਗਦਾ ਮੈਂ ਸੁਣ ਤੋਂ ਲੋ ਕਹਾਣੀ ਉਹ ਤਾਂ ਚਾਹੁੰਦੇ ਸੀ ਉਹਨੂੰ। ਮੈਂ ਤਾਂ ਕਹਾਣੀ ਦੱਸਦਾ ਤੈਨੂੰ ਨਾ, ਮੈਂ ਤਾਂ ਵਿੱਚ ਬੈਠਾ ਸੀ। ਬਾਦਲ ਨਹੀਂ ਸੀ ਚਾਹੁੰਦਾ, ਇੰਟੈਲੀਜੈਂਸ ਨਹੀਂ ਸੀ ਚਾਹੁੰਦੀ ਵੀ ਮਾਨ ਪਾਵਰ 'ਚ ਆਵੇ, ਭਿੰਡਰਾਂ ਵਾਲੇ ਦਾ ਕਲਟ ਕੋਈ ਵੀ ਪਾਵਰ 'ਚ ਆਵੇ। ਉਹ ਸੈਂਟਰ ਵਾਲਾ ਕਦੀ ਵੀ ਨਹੀਂ ਸੀ ਚਾਹੁੰਦਾ। ਭਾਈ ਮਨਜੀਤ ਸਿੰਘ ਨੂੰ ਰੋਲ ਕਿਉਂ ਸੁੱਟਦਾ ਬਾਦਲ ਨੇ? ਟਿਕਟ ਤੱਕ ਨਹੀਂ ਦਿੱਤੀ ਅੱਜ ਤੱਕ। ਇਹ ਤਿੰਨੇ ਆ ਗਏ ਬਹਿ ਗਏ ਕੋਣ ਲੱਗੇ ਕਿ ਸਰਦਾਰ ਜੀ ਇਲੈਕਸ਼ਨਾਂ ਆਪਾਂ ਬਾਈਕਾਟ ਕਰਨੀਆਂ। ਅੰਦਰ ਜਾ ਕੇ ਉਹਨਾਂ ਨੇ ਮਾਨ ਨੂੰ ਦਬਕਾ ਦੁਬਕਾ ਮਾਰਦਾ, ਤੇਰਾ ਮੁੰਡਾ ਮਾਰਦਾ ਜਾਂ ਕਰ ਦੇਂਗੇ ਜਾਂ ਜੋ ਵੀ ਉਹਨਾਂ ਨੇ ਕੀਤਾ। ਤੇ ਮਾਨ ਅੰਦਰੋਂ ਤਿਆਰ ਹੋ ਕੇ ਆ ਗਏ ਜਸਵੀਰ ਸਿੰਘ ਰੋਡੇ ਹਰੀ, ਹਰਚਰਨ ਸਿੰਘ। ਉਹ ਕੋਈ ਨਹੀਂ ਚਾਹੁੰਦਾ ਇਲੈਕਸ਼ਨ ਦਾ ਬਾਈਕਾਟ ਹੋਵੇ। ਅਸੀਂ ਕੋਈ ਨਹੀਂ ਚਾਹੁੰਦੇ ਬਾਈਕਾਟ ਹੋਵੇ। ਤੇ ਉੱਥੇ ਬਾਹਰ ਨਾ ਇੰਟੈਲੀਜੈਂਸ ਏਜੰਸੀਆਂ ਨੇ ਖੜੇ ਕਰਤੇ ਖੱਟੀਆਂ ਜੀਆਂ ਪੱਗਾਂ ਬੰਨ੍ਹ ਕੇ, ਸਾਰੇ ਸਟੋਵ ਰਿਪੇਅਰ ਵਾਲੇ, ਸਾਈਕਲ ਰਿਪੇਅਰ ਵਾਲੇ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਉਹ ਅਸੀਂ ਫਿਰ ਗਾਲਾਂ ਕੱਢ ਕੇ ਭਜਾਏ ਮਾਮੇ ਖਾਲਿਸਤਾਨ ਦੇ ਸਾਰੇ ਇੰਟੈਲੀਜੈਂਸ ਦੇ ਬੰਦੇ। ਮਾਨ ਦੀ ਭੈਣ ਦੀਆਂ ਪੌੜੀਆਂ ਉਤਰੇ ਥੱਲੇ, ਪੌੜੀਆਂ ਤੋਂ ਫਿਰ ਵਾਪਸ ਆ ਗਏ। ਮੈਂ ਕਿਹਾ ਕਿਉਂ? ਕਹਿੰਦਾ ਕਿਤੇ ਸਾਨੂੰ ਫੜਾ ਤਾਂ ਨਾ ਦਿਓਗੇ। ਪਹਿਲਾਂ ਮੈਨੂੰ KPS ਗਿੱਲ ਨੂੰ ਮੈਨੂੰ ਸਮਝ ਨਹੀਂ ਆਈ। ਤੂੰ 7 ਸਾਲ ਇੱਥੇ DGP ਰਿਹਾ। ਜਦੋਂ ਤੂੰ ਆਇਆ 300 ਸੀ, ਫਿਰ 3000 ਹੋ ਗਏ, 5000 ਹੋ ਗਏ, 10000 ਹੋ ਗਏ, 50000 ਹੋ ਗਏ। ਤੇ ਜਦੋਂ ਬੇਅੰਤ ਸਿੰਘ ਦੀ ਸਰਕਾਰ ਆਈ ਤੇਰੇ ਕੋਲ ਕੀ ਚੁੰਬਕ ਆ ਗਿਆ? ਤੂੰ 6 ਮਹੀਨੇ ਸਾਰੇ ਮਾਰਤੇ। ਇਸ ਗੱਠਜੋੜ ਨੂੰ ਕਿੱਦਾਂ ਦੇਖਦੇ ਹੋ ਪੰਜਾਬ ਦੇ ਵਿੱਚ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ? ਪਹਿਲੀ ਗੱਲ ਕਿ ਬਸਪਾ ਨਾਲ ਅਸੀਂ 89 'ਚ ਗੱਠਜੋੜ ਕੀਤਾ ਸੀ ਤੇ ਅੱਜ ਤੱਕ BJP ਨਾਲ ਰਿਹਾ। ਹੁਣ BJP ਨਾਲ ਛੱਡਿਆ ਕੋਈ ਨਹੀਂ ਹੈਗਾ। ਇਹ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। BJP ਦੇ 100% ਦੇ ਨਾਲ ਨੇ। ਜਿਹੜਾ ਬਸਪਾ ਨਾਲ ਹੁਣ ਸਮਝੌਤਾ ਹੋਇਆ ਉਹ BJP ਨੂੰ ਫਾਇਦਾ ਕਰਾਉਣ ਵਾਸਤੇ ਕੀਤਾ ਗਿਆ। ਔਰ ਮਾਇਆਵਤੀ ਤੋਂ ਡੰਡੇ ਨਾਲ BJP ਨੇ ਸਮਝੌਤਾ ਕਰਾਇਆ ਅਕਾਲੀਆਂ ਨਾਲ। ਇਹ ਭੈਣ ਮਾਇਆਵਤੀ ਨੇ ਕਿ ਤੂੰ ਸਾਰੀ ਉਮਰ ਇਹਨਾਂ ਗਰੀਬਾਂ ਨੂੰ, ਇਹਨਾਂ ਦਲਿਤਾਂ ਨੂੰ ਵੇਚਣ ਦਾ ਹੀ ਠੇਕਾ ਲੈ ਲਿਆ। ਕੁਛ ਤਾਂ ਸ਼ਰਮ ਕਰੋ ਯਾਰ, ਤੁਹਾਡਾ ਸਮਾਜ ਹੈ। ਤੁਸੀਂ ਹਰ ਵੇਲੇ ਉਹਨਾਂ ਨੂੰ ਹਰ ਆਉਂਦੇ ਦੇ ਪੈਸੇ 100 ਕਰੋੜ ਚੁੱਕਿਆ, 50 ਕਰੋੜ ਚੁੱਕਿਆ ਪਾਰ ਕੇ ਵੇਚ ਕੇ। ਚੰਦੂ ਮਾਜਰੇ ਨੂੰ ਆਊਟ ਕਰਨ ਵਾਸਤੇ ਉਹ ਬਸਪਾ ਦੇ ਕੋਟੇ ਦੇਤੀ ਸੀ। ਚੰਦੂ ਮਾਜਰਾ ਆਊਟ ਕਰਤਾ। ਇਹ ਗੇਮਾਂ ਖੇਡ ਰਹੇ ਨੇ। 1999 ਦੇ ਵਿੱਚ ਮੈਂ ਸਿਮਰਨਜੀਤ ਮਾਨ ਨਾਲ ਨਹੀਂ ਸੀਗਾ। ਮੈਂ ਸਿਮਰਨਜੀਤ ਮਾਨ ਦੀ ਪਾਰਟੀ 1988 ਦੇ ਵਿੱਚ ਅੰਮ੍ਰਿਤਸਰ ਬਣਾਈ ਸੀ। 89 ਦੇ ਵਿੱਚ ਅਸੀਂ ਟਿਕਟਾਂ ਵੰਡੀਆਂ ਬਹਿ ਕੇ। ਮੈਂ ਬਾਬਾ ਜੋਗਿੰਦਰ ਸਿੰਘ, ਭੈਣ ਜੀ ਦਲਜੀਤ ਕੌਰ, ਅਸੀਂ ਤਿੰਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਲੰਧਰ। ਮਾਨ ਤਾਂ ਅੰਦਰ ਜੇਲ੍ਹ 'ਚ ਬੈਠਾ ਸੀ। ਮਾਨ ਨੂੰ ਤਰਨ ਮੈਂ ਖੜਾ ਕੀਤਾ ਸੀ। ਬ੍ਰਹਮਪੁਰੇ ਨੇ ਮਾਨ ਦੇ ਖਿਲਾਫ। ਮੈਂ ਤੁਰਦੇ ਪਿੰਡ ਜਾ ਕੇ ਉਹਦੇ ਵਿਡਰਾ ਕਰਾਇਆ। ਮੈਂ ਕਿਹਾ ਵਿਡਰਾ ਕਰ, ਜਿਹੜਾ ਰੁੱਲ ਜਾਏਗਾ ਤੇਰੇ ਪਿਓ ਦਾ ਬੜਾ ਨਾਂ। ਕਿਉਂ ਰੋਲਦਾ ਪਿਓ ਨੂੰ? ਕਹਿੰਦਾ ਭਾਜੀ ਮੇਰੇ ਤੋਂ ਜ਼ਬਰਦਸਤੀ ਕਰਾਤੇ। ਮੈਂ ਤਾਂ ਕੱਲ੍ਹ ਹੀ ਵਿਡਰਾ ਕਰ ਲੈਂਦਾ। ਮੈਂ ਮਾਨ ਦੀ ਪਾਰਟੀ ਨਹੀਂ, ਮਾਨ ਆਇਆ ਬਾਅਦ 'ਚ ਮੇਰੀ ਪਾਰਟੀ ਜਿਹਨੇ ਪਾਰਟੀ ਰੋਲ ਕੇ ਸੁੱਟਤੀ। ਮੈਂ ਤਾਂ ਭੁੱਕੀ ਦੇ ਵੀ ਠੇਕੇ ਖੋਲਾਂਗਾ, ਮੈਂ ਤਾਂ ਅਫੀਮ ਦੇ ਵੀ ਠੇਕੇ ਖੋਲਾਂਗਾ। ਤੁਸੀਂ ਖੋਲੋਗੇ ਪੰਜਾਬ ਕੋਲ ਖੋਲਾਂਗਾ ਪੰਜਾਬ 'ਚ। ਜਿਹੜਾ ਨਸ਼ਈ ਹੈ, ਜਿਹੜਾ ਭੁੱਕੀ ਲੱਭਦਾ ਫਿਰਦਾ, ਜਿਹੜਾ ਮਰਦਾ ਫਿਰਦਾ, ਉਹ 1000 ਰੁਪਏ ਨੂੰ ਲੈਂਦਾ ਪਾਈਆ ਤੇ ਉਹਨੂੰ ਅਸੀਂ 200 ਦੀ ਦੇ ਦਾਂਗੇ। ਕੁਝ ਨਹੀਂ ਹੋਏਗਾ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਪੰਜਾਬ ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਲਈ ਕੁਝ ਹੀ ਮਹੀਨੇ ਬਾਕੀ ਨੇ ਤਾਂ ਹੁਣ ਸਿਆਸੀ ਪਾਰਟੀਆਂ ਵੀ ਆਪਣੇ ਮੂਡ ਵਿੱਚ ਆ ਗਈਆਂ ਨੇ ਕਿ ਉਹ ਲੋਕਾਂ ਦੇ ਨਾਲ ਜੁੜਨ। ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹ ਵੀ ਹੁਣ 117 ਸੀਟਾਂ ਦੇ ਉੱਤੇ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ। ਮੁੱਦੇ ਕੀ ਨੇ? ਮੁੱਦਿਆਂ ਤੋਂ ਪਹਿਲਾਂ ਵਾਕਿਫ ਹੋ ਲੈਂਦੇ ਹਾਂ, ਉਸ ਤੋਂ ਬਾਅਦ ਗੱਲਬਾਤ ਕਰਾਂਗੇ ਜਿਸ ਤਰੀਕੇ ਨਾਲ ਪਾਰਟੀ ਆਪਸ ਵਿੱਚ ਗੱਠਜੋੜ ਕਰ ਰਹੀਆਂ ਨੇ। ਪੰਜਾਬ ਵਿੱਚ ਸਿਆਸਤ ਵਿੱਚ ਵਾਪਸ ਆਉਣ ਵਾਸਤੇ ਗੱਠਜੋੜ ਕਰ ਰਹੀਆਂ ਨੇ। ਹੁਣ ਕਿਹੜੀ ਬਾਜੀ ਪਾਰਟੀ ਮਾਰੇਗੀ ਇਹਦਾ ਸਮਾਂ ਹੀ ਦੱਸੂਗਾ, ਪਰ ਇਹਨਾਂ ਦਾ ਮਾਇਨੇ ਕੀ ਨੇ, ਉਹਦਾ ਮਕਸਦ ਕੀ ਹੈ। ਸਾਡੇ ਨਾਲ ਮੌਜੂਦ ਨੇ ਕੈਪਟਨ ਚੰਨਨ ਸਿੰਘ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਪਾਰਟੀ ਦੇ ਪ੍ਰਧਾਨ ਨੇ। ਉਹਦੇ ਹੁਣ ਕਿਉਂ ਸਾਲ ਪਹਿਲਾਂ ਇੱਕ ਪਾਰਟੀ ਬਣਾਈ ਸੀ, ਹੁਣ ਹੀ ਕਿਉਂ, ਉਹਦੇ ਨਾਲ ਕਿਹੜੇ ਕਿਹੜੇ ਵਿਅਕਤੀ ਅੱਜ ਜੁੜੇ ਨੇ, ਇਸ 'ਤੇ ਆਪਾਂ ਚਰਚਾ ਕਰਾਂਗੇ। ਔਰ ਚਰਚਾ ਕਰਾਂਗੇ ਸਿਮਰਨਜੀਤ ਮਾਨ ਤੇ ਅਕਾਲੀ ਦਲ ਤੇ। 1999 ਵਿੱਚ ਜੋ ਚੋਣਾਂ ਹੋਈਆਂ ਸਨ, ਸਿਮਰਨਜੀਤ ਮਾਨ ਨੇ ਬਹੁਤ ਭਾਰੀ ਜਿੱਤ ਪ੍ਰਾਪਤ ਕੀਤੀ ਸੀ। ਉਸ ਵਿੱਚ ਵੀ ਉਸ ਸਿਆਸੀ ਪਾਰਟੀ ਵਿੱਚ ਵੀ ਇਹ ਮੌਜੂਦ ਸਨ। ਤੇ ਚਰਚਾ BSF ਤੇ ਵੀ ਕਰਾਂਗੇ, ਪਰ ਸ਼ੁਰੂਆਤ ਕਰਾਂਗੇ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਤੋਂ। ਕੈਪਟਨ ਸਾਹਿਬ, ਖਾਲਸਾ ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਲ ਪਹਿਲਾ ਮੇਰਾ ਇਹ ਹੈ ਕਿ ਲਗਾਤਾਰ ਹੀ ਸਿਆਸੀ ਪਾਰਟੀਆਂ ਹੁਣ ਸਰਗਰਮ ਹੋ ਰਹੀਆਂ ਨੇ। ਪੰਜਾਬ ਵਿੱਚ ਚੋਣਾਂ ਨੇ, ਕੁਝ ਮਹੀਨੇ ਬਾਅਦ ਹੀ ਚੋਣਾਂ ਨੇ। ਹੁਣ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ। ਸ਼ੇਰੇ ਪੰਜਾਬ ਪਾਰਟੀ ਇਹੋ ਜਿਹਾ ਕੀ ਕਰੇਗੀ ਪੰਜਾਬ ਦੇ ਵਿੱਚ ਕਿ ਲੋਕੀ ਤੁਹਾਡੇ ਨਾਲ ਜੁੜਨ, ਤੁਹਾਨੂੰ ਵੋਟਾਂ ਦੇਣ? ਹੋਰ ਵੀ ਬੜੀਆਂ ਪਾਰਟੀਆਂ ਨੇ, ਗੱਠਜੋੜ ਹੁੰਦੇ ਜਾ ਰਹੇ ਨੇ, ਕੋਈ ਗੱਠਜੋੜ ਟੁੱਟਦੇ ਵੀ ਜਾ ਰਹੇ ਨੇ। ਤੁਸੀਂ ਇਹੋ ਜਿਹਾ ਪੰਜਾਬ ਦੇ ਲੋਕਾਂ ਨੂੰ ਕੀ ਦਿਓਗੇ? ਸ਼ੇਰੇ ਪੰਜਾਬ ਪਾਰਟੀ ਦਾ ਜਿਹੜਾ ਸੰਕਲਪ ਪੱਤਰ ਅਸੀਂ ਟਾਈਪ ਕਰਕੇ ਰੱਖਿਆ, ਐਟ ਦਿਸ ਸਟੇਜ ਅਸੀਂ ਉਹਨੂੰ ਡਿਸਕਲੋਜ਼ ਨਹੀਂ ਕਰ ਸਕਦੇ। ਉਹ ਤੁਹਾਨੂੰ ਟਾਈਮ ਆਏਗਾ, ਮਹੀਨੇ 2 ਮਹੀਨੇ ਤੱਕ ਸਾਰਾ ਟੇਬਲ 'ਤੇ ਰੱਖਾਂਗੇ ਕਿ ਅਸੀਂ ਆਹ ਕਰਨ ਜਾ ਰਹੇ ਹਾਂ ਪੰਜਾਬ ਵਾਸਤੇ। ਫਿਲਹਾਲ ਜਿਹੜਾ ਸਾਡਾ ਮੇਨ ਮੁੱਦਾ ਹੈ ਕਿ ਜਿਸ ਤਰ੍ਹਾਂ ਅੱਜ ਪੰਜਾਬ ਸਟੈਂਡ ਕਰਦਾ ਹੈ, ਅੱਜ 3 ਲੱਖ ਕਰੋੜ ਦਾ ਕਰਜ਼ਾ ਔਰ ਹਰ ਬੱਚਾ ਜਿਹੜਾ ਸਾਡਾ ਪੈਦਾ ਹੁੰਦਾ ਹੈ
ਉਹਨੂੰ ਲੱਖ ਰੁਪਇਆ ਸਿੱਧਾ ਹੀ ਆਉਂਦਾ ਉਹਦੇ ਖਾਤੇ 'ਚ ਜਦੋਂ ਉਹ ਪੈਦਾ ਹੋ ਜਾਂਦਾ। ਔਰ ਅੱਜ ਦੀ ਡੇਟ ਦੇ ਵਿੱਚ ਜਿਸ ਤਰ੍ਹਾਂ ਇਹ ਮਾਫੀਏ ਚੱਲ ਰਹੇ ਨੇ, ਪਹਿਲੀ ਗੱਲ ਤਾਂ ਦੇਖੋ ਸ਼ਰਾਬ ਦਾ ਮਾਫੀਆ 12-13 ਫੈਕਟਰੀਆਂ ਫੜੀਆਂ ਗਈਆਂ, ਸਾਰੀਆਂ ਕਿਹਨਾਂ ਦੀਆਂ ਨੇ? MLA ਦੀਆਂ। ਕਿਸੇ ਤੇ ਕੋਈ ਐਕਸ਼ਨ ਨਹੀਂ। ਬਟਾਲੇ ਵਾਲੀ ਫੜੀ ਗਈ, 125-30 ਬੰਦੇ ਮਰ ਗਏ, ਕਿਸੇ ਤੇ ਕੋਈ ਐਕਸ਼ਨ ਨਹੀਂ। ਹੁਣ ਬਾਦਲ ਪਿੰਡ 'ਚ ਫੜੀ ਗਈ, ਸਕੌਚ ਬਣਦੀ, ਟਰੱਕਾਂ ਤੇ ਟਰੱਕ ਸਕੌਚ ਬਣ ਰਹੀ ਹੈ ਜਿਹੜੀ 2200 ਦੀ ਬੋਤਲ ਵਿਕਦੀ ਹੈ ਨਕਲੀ, ਕੋਈ ਐਕਸ਼ਨ ਨਹੀਂ। ਖੰਨੇ 'ਚ ਫੜੀ ਗਈ, ਕੋਈ ਐਕਸ਼ਨ ਨਹੀਂ। ਲੁਧਿਆਣੇ 'ਚ ਫੜੀ ਗਈ, ਕੋਈ ਐਕਸ਼ਨ ਨਹੀਂ। ਮਤਲਬ ਇਹ ਹੈ ਕਿ ਅੱਜ ਦੀ ਡੇਟ 'ਚ ਤੁਸੀਂ ਅਗਰ ਅੰਮ੍ਰਿਤਸਰ ਜਾਓ ਨਾ ਜੀ, ਤੇ ਠੇਕੇ ਤੇ ਸ਼ਰਾਬ ਦੀ ਬੋਤਲ 550 ਦੀ, ਤੇ ਗਲੀ ਦੇ ਵਿੱਚ ਕਹਿੰਦਾ 300 ਦੀ ਲੈ ਲਓ, 300 ਦੀ ਲੈ ਲਓ, 300 ਦੀ ਲੈ ਲਓ। ਸਾਈਕਲਾਂ ਤੇ ਕੋਈ ਉਹਨਾਂ ਨੂੰ ਫੜਦਾ ਨਹੀਂ, ਕੋਈ ਰੋਕਥਾਮ ਨਹੀਂ। ਤੇ ਇਹ ਹੋ ਕੀ ਰਿਹਾ ਪੰਜਾਬ 'ਚ? ਇਹ ਪੰਜਾਬ ਦੇ ਵਿੱਚ ਜਿਵੇਂ ਟਰਾਂਸਪੋਰਟ ਦੇਖ ਲਓ ਤੁਸੀਂ, ਹਜ਼ਾਰਾਂ ਦੀ ਗਿਣਤੀ 'ਚ ਬੱਸਾਂ ਆਪਣੀਆਂ ਤਾਂ ਫੇਲ ਕਰਤੀਆਂ, ਹੁਣ ਲੇਡੀਜ਼ ਨੂੰ ਫ੍ਰੀ ਕਰਕੇ ਫਰਦਰ ਫੇਲ ਕਰਤੀਆਂ ਤਾਂ ਕਿ ਉਹ ਕੰਗਾਲ ਹੋ ਕੇ ਵਿਕ ਜਾਣ ਤੇ ਮੁੜ ਕੇ ਉਹ ਫਿਰ ਬਾਦਲਾਂ ਦੀਆਂ ਬਣ ਜਾਣ। ਅੱਜ ਦੀ ਡੇਟ 'ਚ 1000 ਦੇ ਕਰੀਬ 800 ਪਲੱਸ ਬਾਦਲ ਦੀ ਬੱਸ ਹੈ, ਫਾਈਨੈਂਸ ਮਿਨਿਸਟਰ ਦੀਆਂ ਬੱਸਾਂ ਨੇ, ਹੋਰ ਕਾਂਗਰਸੀਆਂ ਦੀਆਂ ਆਪਣਾ ਅਕਾਲੀਆਂ ਦੀਆਂ ਬੱਸਾਂ ਨੇ। ਟਰਾਂਸਪੋਰਟ ਫਲਾਣਾ ਟਰਾਂਸਪੋਰਟ, ਢਿੰਗਰੀ ਟਰਾਂਸਪੋਰਟ, ਔਰ ਉਸ ਤੋਂ ਬਾਅਦ ਕਾਂਗਰਸ ਦੀਆਂ ਨੇ, ਡਿੰਪੇ ਦੀਆਂ 700-800 ਚੱਲਦੀਆਂ ਨੇ, 200-300 ਪਰਮਨੈਂਟ ਨੇ, ਉਹ ਤੋਂ ਕਾਲੋਂ ਦੀਆਂ ਚੱਲ ਰਹੀਆਂ ਨੇ। ਪਤਾ ਹੀ ਨਹੀਂ ਕੀ ਕੁਝ ਹੋ ਰਿਹਾ ਔਰ ਕੋਈ ਕੰਟਰੋਲ ਨਹੀਂ ਹੈ। ਅੱਜ AC ਬੱਸ ਦਾ ਬਾਦਲ ਸਾਹਿਬ ਨੂੰ 5200 ਰੁਪਇਆ ਟੈਕਸ ਪਹਿਲਾਂ ਜਮ੍ਹਾਂ ਕਰਾਓ ਤਾਂ ਤੁਸੀਂ ਸੜਕ ਤੇ ਆਓਗੇ, ਨਹੀਂ ਤਾਂ ਬੱਸ ਬੰਦ ਹੋ ਜਾਏਗੀ। 1000 ਦਾ ਤਾਂ ਕੈਪਟਨ ਦੀ ਹੈ ਨਾ, 5 ਕਰੋੜ ਰੋਜ਼ ਦਾ ਟੈਕਸ ਦੇਣਾ ਬਣਦਾ, 5 ਕਰੋੜ ਰੋਜ਼ ਦਾ ਬਾਦਲ ਨੂੰ, ਤੇ ਬਾਕੀਆਂ ਦਾ ਦੇਖ ਲਓ ਕਿੰਨਾ ਬਣਦਾ। ਇਸ ਟੋਟਲ ਮਿਲਾ ਕੇ 10-20 ਕਰੋੜ ਰੋਜ਼ ਦੀ ਹੇਰਾਫੇਰੀ ਹੋ ਰਹੀ ਹੈ ਟਰਾਂਸਪੋਰਟ ਮਾਫੀਆ ਦੀ। ਇਹ ਕਹਿੰਦੇ ਸੀ ਜਦੋਂ ਅਸੀਂ ਬੈਠੇ ਟਰਾਂਸਪੋਰਟ ਪਾਲਿਸੀ ਲਿਆਵਾਂਗੇ, ਮਨਪ੍ਰੀਤ ਬਾਦਲ ਦੇ ਕਿੱਥੇ ਗਈ ਟਰਾਂਸਪੋਰਟ ਪਾਲਿਸੀ? ਅਸੀਂ ਸ਼ਰਾਬ ਪਾਲਿਸੀ ਲਿਆਵਾਂਗੇ, ਕਿੱਥੇ ਗਈ ਸ਼ਰਾਬ ਪਾਲਿਸੀ? ਇੱਥੋਂ ਤੱਕ ਕਿ ਸ਼ਰਾਬ ਦੇ ਠੇਕੇ ਆਕਸ਼ਨ ਨਹੀਂ ਕੀਤੇ ਐਤਕੀ। ਪੁਰਾਣੇ ਠੇਕੇਦਾਰ ਹੀ ਆ ਕੇ 5-5 ਕਰੋੜ 10-10 ਕਰੋੜ ਜਿਵੇਂ ਆਪਦੇ ਗਰੁੱਪਾਂ ਦੇ ਹਿਸਾਬ ਨਾਲ ਪੈਸੇ ਦੇ ਗਏ ਤੇ ਕਹਿੰਦੇ ਐਤਕੀ ਉਹਨਾਂ ਨੂੰ ਵਾਪਸ ਅਲਾਟ ਕਰਤੇ। ਇਹ ਕਿਆ ਤਰੀਕਾ ਹੈ ਜੀ? ਇਹ ਕੌਣ ਸੀ ਪਾਲਿਸੀ ਹੈ? ਅਸੀਂ ਪਿੱਟ ਰਹੇ ਹਾਂ ਵੀ ਇਹਨਾਂ ਨੂੰ ਸਰਕਾਰੀ ਠੇਕੇ ਕਰੋ ਤੁਸੀਂ, ਨਾਲੇ ਦੋ ਚੀਜ਼ਾਂ ਫਾਇਦੇਮੰਦ ਹੋਣਗੀਆਂ। ਜਿਹੜਾ ਤੁਸੀਂ 400-500 ਰੁਪਇਆ ਬੋਤਲ ਦਾ ਠੇਕੇਦਾਰ ਨੂੰ ਦਿੰਦੇ ਉਹ ਤੁਹਾਡੀ ਜੇਬ 'ਚ ਆਏਗਾ। ਮੈਂ ਤਾਂ ਭੁੱਕੀ ਦੇ ਵੀ ਠੇਕੇ ਖੋਲਾਂਗਾ, ਮੈਂ ਤਾਂ ਫੀਮ ਦੇ ਵੀ ਠੇਕੇ ਖੋਲਾਂਗਾ। ਤੁਸੀਂ ਖੋਲੋਗੇ ਪੰਜਾਬ 'ਚ? ਖੋਲਾਂਗਾ ਪੰਜਾਬ 'ਚ। ਕਿਉਂ? ਜਿਹੜੀ ਅੱਜ ਫੀਮ 5000 ਨੂੰ ਤੋਲਾ ਤੇ ਅਸੀਂ ਉਹ ਜੇ 700 ਨੂੰ 800 ਨੂੰ ਤੋਲਾ ਦਈਏ ਤੇ ਅਸੀਂ ਪੈਸੇ ਵੀ ਕਮਾਵਾਂਗੇ ਤੇ ਨਾਲੇ ਜਿਹੜੇ ਇਹ ਸ਼ਾਹੀ ਨਸ਼ਾ ਹੈ ਇਹ ਪੁਰਾਣੇ ਜ਼ਮਾਨਿਆਂ ਤੋਂ ਰਾਜਾ ਮਹਾਰਾਜਾ ਨੂੰ ਚੱਲਦਾ ਆ ਰਿਹਾ। ਅੱਜ ਕੱਲ੍ਹ ਲੋਕੀ ਕਰ ਲੈਣਗੇ, ਗਰੀਬ ਲੋਕ ਕਰ ਲੈਣਗੇ। ਅੱਜ ਗਰੀਬ ਨੇ ਜ਼ਰੂਰ, ਜਿਹੜਾ ਨਸ਼ਈ ਹੈ, ਜਿਹੜਾ ਭੁੱਕੀ ਲੱਭਦਾ ਫਿਰਦਾ, ਜਿਹੜਾ ਮਰਦਾ ਫਿਰਦਾ, ਉਹ 1000 ਰੁਪਏ ਨੂੰ ਲੈਂਦਾ ਪਾਈਆ ਤੇ ਉਹਨੂੰ ਅਸੀਂ 200 ਦੀ ਦੇ ਦਾਂਗੇ, ਕੁਝ ਨਹੀਂ ਹੋਏਗਾ। ਲੱਭਦੇ ਫਿਰਦੇ ਨੇ ਸਾਰੇ, ਸਾਰਾ ਮਾਲਵਾ ਤਾਂ ਭੁੱਕੀ ਤੇ ਹੈ ਤੇ ਉਹ ਖਾਂਦੇ ਜ਼ਰੂਰ ਨੇ। ਤੇ ਕਿੱਥੋਂ ਲਿਆਉਂਦੇ ਨੇ? ਪੁਲਿਸ ਵਾਲੇ ਵੇਚਦੇ ਨੇ, ਪੁਲਿਸ ਵਾਲੇ ਵਿਕਾਉਂਦੇ ਨੇ, ਟਰੱਕਾਂ ਦੇ ਟਰੱਕ ਆਪਦੇ, ਜੇ ਕੋਈ ਹੋਰ ਲਿਆ ਉਹਨੂੰ ਫੜ ਲੈਂਦੇ ਨੇ, ਬਾਕੀ ਇਹਨਾਂ ਦੇ ਚਮਚੇ ਨੇ ਉਹਨਾਂ ਨੂੰ ਵੇਚੀ ਜਾਂਦੇ ਨੇ। ਤੇ ਨੈਕਸਸ ਹੈ, ਇੱਕ ਬਹੁਤ ਵੱਡਾ ਨੈਕਸਸ ਹੈ ਪੋਲੀਟੀਸ਼ੀਅਨ ਤੇ ਪੁਲਿਸ ਦਾ। ਵੱਡੀਆਂ ਵੱਡੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਜਿੱਥੇ SSPਆਂ ਦੇ IGਆਂ ਦੇ ਹਜ਼ਾਰਾਂ ਕਰੋੜਾਂ ਰੁਪਏ ਲੱਗੇ ਹੋਏ ਨੇ। ਵੱਡੇ ਵੱਡੇ ਪ੍ਰਾਪਰਟੀ ਡੀਲਿੰਗ ਕਰ ਰਹੇ ਨੇ, ਨਜਾਇਜ਼ ਕਬਜ਼ੇ ਛਡਾਉਂਦੇ ਨੇ, ਸਾਰਾ ਨਾਲ ਪੋਲੀਟੀਸ਼ੀਅਨਾਂ ਦੇ ਮਿਲੇ ਹੋਏ ਨੇ। ਇਹ ਨੈਕਸਸ ਜਿਹੜਾ ਹੈ, ਇਹ ਸ਼ਰਾਬ ਦੀਆਂ ਫੈਕਟਰੀਆਂ ਚੱਲ ਸਕਦੀਆਂ? ਬਟਾਲੇ 'ਚ ਜਿੱਥੇ 100 ਟਰੱਕ ਰੋਜ਼ ਸ਼ਰਾਬ ਦਾ ਨਿਕਲਦਾ, ਉਹ ਨਿਕਲ ਸਕਦਾ ਪੁਲਿਸ ਤੋਂ ਬਿਨਾਂ? CID ਨੂੰ ਪਤਾ ਨਹੀਂ ਲੱਗਿਆ? ਇੰਟੈਲੀਜੈਂਸ ਨੂੰ ਪਤਾ ਨਹੀਂ ਲੱਗਿਆ? ਵਾਟ ਨੌਨਸੈਂਸ। ਇਹ ਸਾਰੇ ਮਿਲੇ ਹੋਏ ਨੇ, ਲੁੱਟ ਕੇ ਪੰਜਾਬ ਨੂੰ ਖਾ ਰਹੇ ਨੇ। ਇਹ ਸਾਰਾ ਹੀ ਅਸੀਂ ਅਮੈਂਡ ਕਰਕੇ ਸਾਰੇ ਪੰਜਾਬ ਨੂੰ ਇਸ ਗੰਦ 'ਚੋਂ ਅਸੀਂ ਬਾਹਰ ਕੱਢਣਾ। ਅੱਛਾ, ਹੁਣ ਆਪਾਂ ਥੋੜਾ ਪਿੱਛੇ ਜਾਂਦੇ ਆ। 1999 ਦੇ ਵਿੱਚ ਤੁਸੀਂ ਸਿਮਰਨਜੀਤ ਮਾਨ ਨਾਲ ਵੀ ਹੈਗੇ ਸੀ। 92 ਦੀਆਂ ਚੋਣਾਂ ਦਾ ਬਾਈਕਾਟ ਕਿਉਂ ਹੋਇਆ ਸੀ? 1999 ਦੇ ਵਿੱਚ ਮੈਂ ਸਿਮਰਨਜੀਤ ਮਾਨ ਨਾਲ ਨਹੀਂ ਸੀਗਾ। ਮੈਂ ਸਿਮਰਨਜੀਤ ਮਾਨ ਦੀ ਪਾਰਟੀ 1988 ਦੇ ਵਿੱਚ ਅੰਮ੍ਰਿਤਸਰ ਬਣਾਈ ਸੀ ਔਰ ਮੇਰਾ ਅਜੇ ਵੀ ਉੱਥੇ ਬੋਰਡ ਲੱਗਿਆ ਹੋਇਆ ਹੈ ਸ਼ੋਰੂਮ 'ਚ। ਮੈਂ ਹਜ਼ਾਰਾਂ ਲੱਖਾਂ ਸਾਈਨ ਕਰਵਾ ਕੇ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਇਹਦੀ ਰਿਲੀਜ਼ ਵਾਸਤੇ ਦਿੱਤੇ ਸੀ। ਮਾਨ ਤਾਂ ਜੇਲ੍ਹ 'ਚ ਬੈਠਾ ਸੀ। 89 ਦੇ ਵਿੱਚ ਅਸੀਂ ਟਿਕਟਾਂ ਵੰਡੀਆਂ ਬਹਿ ਕੇ, ਮੈਂ, ਬਾਬਾ ਜੋਗਿੰਦਰ ਸਿੰਘ, ਭੈਣ ਜੀ ਦਲਜੀਤ ਕੌਰ, ਅਸੀਂ ਤਿੰਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਲੰਧਰ। ਮਾਨ ਤਾਂ ਅੰਦਰ ਜੇਲ੍ਹ 'ਚ ਬੈਠਾ ਸੀ। ਮਾਨ ਨੂੰ ਤਰਨਤਾਰਨ ਮੈਂ ਖੜਾ ਕੀਤਾ ਸੀ। ਮਾਨ ਦਾ ਪਿਓ ਕਹਿੰਦਾ ਮੈਂ ਫਰੀਦਕੋਟ ਨਹੀਂ ਖੜਾ ਕਰਨਾ, ਬਾਬੇ IB ਦੇ ਬੰਦੇ ਨੇ ਮੇਰੇ ਮੁੰਡੇ ਨੂੰ ਹਰਾ ਦੇਣਗੇ, ਇਹਨੂੰ ਬੇਟਾ ਇਹਨੂੰ ਤਰਨਤਾਰਨ ਖੜਾ ਕਰੋ। ਮੈਂ ਇਹਦੀ ਤਰਨਤਾਰਨ ਗੁਰਦਾਸ ਹਾਲ 'ਚ ਇਕੱਠ ਕਰਕੇ ਤੇ ਮੈਂ ਅਨਾਉਂਸ ਕੀਤੀ ਸੀ ਤਰਨਤਾਰਨ ਦੀ ਸੀਟ। ਮੈਂ ਇਹਨੂੰ ਲੈ ਕੇ ਗਿਆ ਤਰਨਤਾਰਨ, ਇਹ ਆਪੇ ਥੋੜ੍ਹੀ ਚਲਾ ਗਿਆ। ਇਹਦੇ ਬਰਖਲਾਫ ਤੁੱਟਦੇ ਪੇਪਰ ਬ੍ਰਹਮਪੁਰੇ ਨੇ 250 ਸਰਪੰਚ ਲੈ ਕੇ ਫਾਈਲ ਕਰਾਏ ਸੀ ਤੁੱਟਦੇ। ਬ੍ਰਹਮਪੁਰੇ ਨੇ ਮਾਨ ਦੇ ਖਿਲਾਫ। ਮੈਂ ਤੁੱਟਦੇ ਪਿੰਡ ਜਾ ਕੇ ਉਹਦੇ ਵਿਡਰਾ ਕਰਾਇਆ। ਮੈਂ ਕਿਹਾ ਵਿਡਰਾ ਕਰ, ਜਿਹੜਾ ਰੁੱਲ ਜਾਏਗਾ, ਤੇਰੇ ਪਿਓ ਦਾ ਬੜਾ ਨਾਂ, ਕਿਉਂ ਰੋਲਦਾ ਪਿਓ ਨੂੰ? ਕਹਿੰਦਾ ਭਾਜੀ ਮੇਰੇ ਤੋਂ ਜ਼ਬਰਦਸਤੀ ਕਰਾ ਤੇ ਮੈਂ ਤਾਂ ਕੱਲ੍ਹ ਹੀ ਵਿਡਰਾ ਕਰ ਲੈਂਦਾ। ਆਈ ਡਿਡ ਇਟ। ਮੈਂ ਮਾਨ ਦੀ ਪਾਰਟੀ ਨਹੀਂ, ਮਾਨ ਆਇਆ ਬਾਅਦ 'ਚ ਮੇਰੀ ਪਾਰਟੀ ਜਿਹਨੇ ਪਾਰਟੀ ਰੋਲ ਕੇ ਸੁੱਟਤੀ।
92 ਦੀ ਚੋਣਾਂ ਕਿ ਬਾਈਕਾਟ ਹੋਈਆਂ ਸੀ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਸਮਝਣਾ ਪੈਣਾ ਹੈ। ਅੱਜ ਵੀ ਹੁਣ ਜਿਵੇਂ ਚਰਚਾ ਚੱਲਦੀ ਪਈ ਅਲੱਗ-ਅਲੱਗ ਤਰੀਕੇ ਨਾਲ ਗੱਠਜੋੜ ਕੀਤਾ ਜਾ ਰਿਹਾ, ਹੁਣ ਕਹਿੰਦੇ ਪੁਰਾਣੀ ਸਿਆਸਤ ਉੱਭਰ ਆ ਰਹੀ ਹੈ 88 90 ਵਾਲੀ। 92 ਦੀਆਂ ਚੋਣਾਂ ਦਾ ਬਾਈਕਾਟ ਕਿਉਂ ਹੋਇਆ ਸੀ? 92 ਦੇ ਚੋਣਾਂ ਦਾ ਬਾਈਕਾਟ ਐਂ ਹੋਇਆ ਕਿ ਬਾਦਲ ਨਹੀਂ ਸੀ ਚਾਹੁੰਦਾ ਚੋਣਾਂ ਹੋਣ ਤੇ ਜਾਂ ਤਾਂ ਸਿਮਰਜੀਤ ਮਾਨ ਤੇ ਵੀ ਲੱਗਦਾ ਉਹ ਵੀ ਨਹੀਂ ਚਾਹੁੰਦਾ। ਮੈਂ ਸੁਣ ਤੋਂ ਲੋ ਕਹਾਣੀ, ਉਹ ਤਾਂ ਚਾਹੁੰਦੇ ਸੀ ਉਹਨੂੰ, ਮੈਂ ਤਾਂ ਕਹਾਣੀ ਦੱਸਦਾ ਤੈਨੂੰ ਨਾ, ਮੈਂ ਤਾਂ ਵਿੱਚ ਬੈਠਾ ਸੀ। ਬਾਦਲ ਨਹੀਂ ਸੀ ਚਾਹੁੰਦਾ, ਇੰਟੈਲੀਜੈਂਸ ਨਹੀਂ ਸੀ ਚਾਹੁੰਦੀ ਵੀ ਮਾਨ ਪਾਵਰ ਚ ਆਵੇ, ਭਿੰਡਰਾਂ ਦਾ ਕਲਟ ਕੋਈ ਵੀ ਪਾਵਰ ਚ ਆਵੇ, ਉਹ ਸੈਂਟਰ ਵਾਲਾ ਕਦੀ ਵੀ ਨਹੀਂ ਸੀ ਚਾਹੁੰਦਾ। ਭਾਈ ਮਨਜੀਤ ਸਿੰਘ ਨੂੰ ਰੋਲ ਕਿਉਂ ਸੁੱਟਤਾ ਬਾਦਲ ਨੇ? ਟਿਕਟ ਤੱਕ ਨਹੀਂ ਦਿੱਤੀ ਅੱਜ ਤੱਕ। ਹਾਂਜੀ, ਉਹ ਕਲਟ ਇੰਟੈਲੀਜੈਂਸ ਏਜੰਸੀਆਂ ਦੀ ਰਿਪੋਰਟ ਸੀ ਵੀ ਮੈਨੂੰ ਨਾਲ ਲੈ ਲਓ, ਭਿੰਡਰਾਂ ਵਾਲੇ ਦਾ ਕਲਟ ਪਾਵਰ ਚ ਨਹੀਂ ਆਉਣਾ ਚਾਹੀਦਾ। ਤੋ ਇਹ ਕੀ ਹੋਇਆ ਕਿ ਮਾਨ ਦੇ ਘਰੇ ਬੱਬਰ ਖਾਲਸਾ ਲਿਆਏ, ਮੇਰੇ ਖਿਆਲ ਵਧਾਵਾ ਸੀਗਾ, ਉਹਦੇ ਨਾਲ ਸੀ ਪ੍ਰੋਫੈਸਰ ਬਰਜਿੰਦਰ ਸਿੰਘ ਖਾਲਸਾ ਕਾਲਜ ਵਾਲਾ, ਇਫ ਯੂ ਨੋ ਹਿਮ, ਉਹਦੇ ਨਾਲ ਸੀ ਲਖੋਵਾਲ। ਮੈਂ ਕੁਦਰਤੀ ਬੈਠਾ ਸੀ ਮਾਨ ਦੀ ਭੈਣ ਦੇ ਘਰੇ, ਇਹ ਤਿੰਨੇ ਆ ਗਏ। ਇਹ ਤਿੰਨੇ ਆ ਕੇ ਬਹਿ ਕੇ ਕੋਣ ਲੱਗੇ ਕਿ ਸਰਦਾਰ ਜੀ ਇਲੈਕਸ਼ਨਾਂ ਆਪਾਂ ਬਾਈਕਾਟ ਕਰਨੀਆਂ ਤੇ ਤੁਸੀਂ, ਕਹਿੰਦਾ ਨਹੀਂ ਜੀ ਇਹ ਕਿਵੇਂ ਹੋਏਗਾ ਜੀ, ਕਹਿੰਦਾ ਫਿਰ ਤੁਸੀਂ ਮੁੰਡੇ ਮਾਰੋਗੇ ਸੀਐਮ ਬਣਾ ਕੇ। ਤੇ ਮੈਂ ਕਿਹਾ ਸਰਕਾਰ ਦੀ ਲਾਈਨ ਲੈ ਕੇ ਆ ਗਏ ਸਾਡੇ ਕੋਲੇ, ਮੈਨੂੰ ਨਹੀਂ ਪਤਾ ਵੀ ਇਹ ਬੱਬਰਾਂ ਦਾ ਜਾਂ ਕੌਣ ਹੈ। ਮੈਂ ਕਿਹਾ ਸਰਕਾਰ ਦੀ ਲਾਈਨ ਲੈ ਕੇ ਆ ਗਏ ਜੀ, ਤੇ ਤੁਸੀਂ ਕਿਸੇ ਦੇ ਜੇ ਅਸੀਂ ਇਲੈਕਸ਼ਨ ਲੜਾਂਗੇ, ਕਿਉਂ ਨਹੀਂ ਲੜਾਂਗੇ? ਮੁੰਡੇ ਮਾਰਨੇ ਜ਼ਰੂਰੀ ਹੈ? ਸਾਨੂੰ ਸਾਡੇ ਕੋਲ ਬਥੇਰੇ ਵੇ ਆਊਟ ਹੈਗੇ। ਤੇ ਮੈਂ ਉਹਨਾਂ ਨੂੰ ਭਜਾਇਆ ਤੇ ਉਹਨਾਂ ਨੇ ਕਿਹਾ ਵੀ ਤਾਂ ਸਾਡੀ ਦਾਲ ਨਹੀਂ ਗਲੀ ਹੋਣ ਦਿੰਦਾ। ਮਾਨ ਸਾਹਿਬ ਤੁਹਾਡੇ ਇਕੱਲਿਆਂ ਨਾਲ ਗੱਲ ਕਰਨੀ ਜੀ, ਅੰਦਰ ਚਲੋ। ਮਾਨ ਨੂੰ ਚੁੱਕ ਕੇ ਅੰਦਰ ਲੈ ਗਏ। ਅੰਦਰ ਜਾ ਕੇ ਉਹਨਾਂ ਨੇ ਮਾਨ ਨੂੰ ਦਬਕਾ ਦੁਬਕਾ ਮਾਰਦਾ ਵੀ ਤੇਰਾ ਮੁੰਡਾ ਮਾਰ ਦੇਂ ਜਾਂ ਕਰ ਦੇਂਗੇ ਜਾਂ ਜੋ ਵੀ ਉਹਨਾਂ ਨੇ ਕੀਤਾ। ਤੇ ਮਾਨ ਅੰਦਰੋਂ ਤਿਆਰ ਹੋ ਕੇ ਆ ਗਿਆ, ਹਾਂ ਜੀ ਬਾਈਕਾਟ ਕਰਾਂਗੇ। ਉਸੇ ਲਈ ਉਹ ਬਾਦਲ ਦੇ ਘਰ ਗਏ। ਹੁਣ ਅਸੀਂ ਬਾਦਲ ਨੂੰ ਮਨਾਉਣੇ, ਭੇਜੇ ਬਾਦਲ ਨੇ ਅਸੀਂ, ਹੁਣ ਅਸੀਂ ਬਾਦਲ ਨੂੰ ਮਨਾਉਣੇ ਆ। ਫਿਰ ਉਹ ਬਾਦਲ ਨੂੰ ਉਹਦੇ ਘਰ ਚਲੇ ਗਏ। ਫਿਰ ਇਹਨਾਂ ਨੇ ਉੱਥੇ ਆ ਗਏ ਜਸਵੀਰ ਸਿੰਘ ਰੋਡੇ ਹਰੀ, ਹਰਚਰਨ ਸਿੰਘ, ਉਹ ਕੋਈ ਨਹੀਂ ਸੀ ਚਾਹੁੰਦਾ ਇਲੈਕਸ਼ਨ ਦਾ ਬਾਈਕਾਟ ਹੋਵੇ। ਅਸੀਂ ਕੋਈ ਨਹੀਂ ਸੀ ਚਾਹੁੰਦੇ ਬਾਈਕਾਟ ਹੋਵੇ, ਲੇਕਿਨ ਇਹਨਾਂ ਨੇ ਉੱਥੇ ਕਾਨਫਰੰਸ ਜੀ ਬੁਲਾ ਲਈ ਲੁਧਿਆਣੇ ਗੁਰਦੁਆਰਾ ਦੇ ਦੁੱਖ ਨਿਵਾਰਨ ਵਿੱਚ। ਤੇ ਉੱਥੇ ਬਾਹਰ ਨਾ ਇੰਟੈਲੀਜੈਂਸ ਏਜੰਸੀਆਂ ਨੇ ਖੜੇ ਕਰਤੇ ਖੱਟੀਆਂ ਜੀਆਂ ਪੱਗਾਂ ਬੰਨ੍ਹ ਕੇ, ਸਾਰੇ ਸਟੋਵ ਰਿਪੇਅਰ ਵਾਲੇ, ਸਾਈਕਲ ਰਿਪੇਅਰ ਵਾਲੇ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਉਹ ਅਸੀਂ ਫਿਰ ਗਾਲਾਂ ਕੱਢ ਕੇ ਭਜਾਏ ਮਾਮੇ ਖਾਲਿਸਤਾਨ ਦੇ ਸਾਰੇ ਇੰਟੈਲੀਜੈਂਸ ਦੇ ਬੰਦੇ। ਤੇ ਉੱਥੇ ਮਾਨ ਨੇ ਡਿਕਲੇਅਰ ਕਰਤਾ ਜੀ ਮੈਂ ਇਲੈਕਸ਼ਨ ਦਾ ਬਾਈਕਾਟ ਕਰਾਂਗਾ। ਦਿਸ ਇਜ਼ ਹਾਊ ਇਲੈਕਸ਼ਨ ਵਾਰ ਬਾਈਕਾਟਡ, ਕਿਉਂਕਿ ਉਹ ਚਾਹੁੰਦੇ ਨਹੀਂ ਸੀ ਕਿ ਮਾਨ ਕਿਸੇ ਵੀ ਤਰ੍ਹਾਂ 'ਚ ਪਾਵਰ 'ਚ ਆਵੇ। ਇੰਟੈਲੀਜੈਂਸ ਏਜੰਸੀਆਂ ਨਹੀਂ ਚਾਹੁੰਦੀਆਂ, ਸੈਂਟਰ ਸਰਕਾਰ ਨਹੀਂ ਚਾਹੁੰਦੀ, ਬਾਦਲ ਤੌਰਾ ਨਹੀਂ ਚਾਹੁੰਦੇ ਵੀ ਅਸੀਂ ਤਾਂ ਸਾਰੀ ਉਮਰ ਵਾਸਤੇ ਖਤਮ ਹੋ ਗਏ, ਤਾਂ ਬਾਈਕਾਟ ਹੋਈਆਂ। ਨਹੀਂ ਤੁਸੀਂ ਜਿਵੇਂ ਕਹਿ ਦਿੰਦੇ ਵੀ ਦਬਕਾ ਮਾਰਿਆ ਹੈਗਾ ਸਿਮਰਜੀਤ ਮਾਨ ਨੂੰ, ਤੁਸੀਂ ਮੌਜੂਦ ਹੈਗੇ ਸੀ ਉੱਥੇ? ਮੈਨੂੰ ਤਾਂ ਅੰਦਰ ਲੈ ਕੇ ਨਾ, ਮੈਂ ਤਾਂ ਡਰਾਇੰਗ ਰੂਮ 'ਚ ਬੈਠਾ ਰਹਿ ਗਿਆ, ਇਹਨੂੰ ਬੈਡਰੂਮ 'ਚ ਲੈ ਕੇ ਉਹ ਅੰਦਰੋਂ ਰਾਜੀ ਕਿਉਂ ਹੋ ਕੇ ਆ ਗਿਆ? ਇਹਨੂੰ ਚਾਹੀਦਾ ਸੀ ਨਾ ਕਿ ਕੈਪਟਨ ਸਿੱਧੂ ਮੇਰਾ ਸੈਕਟਰੀ ਜਨਰਲ ਮੇਰੇ ਨਾਲ ਬੈਠੇਗਾ, ਮੈਂ ਨਹੀਂ ਜਾਂਦਾ ਇਕੱਲਾ। ਫਿਰ ਮੈਂ ਭਜਾਉਂਦਾ ਉਹਨਾਂ ਨੂੰ, ਉੱਥੋਂ ਕਰਾ ਕੇ ਦਿਖਾਉਂਦੇ ਮੈਨੂੰ ਬਾਈਕਾਟ। ਉਹ ਉੱਥੋਂ ਨਾ ਬਾਅਦ ਮਾਨ ਦੀ ਭੈਣ ਦੀਆਂ ਪੌੜੀਆਂ ਉਤਰੇ ਥੱਲੇ, ਪੌੜੀਆਂ ਤੋਂ ਫਿਰ ਵਾਪਸ ਆ ਗਏ। ਮੈਂ ਕਿਹਾ ਕਿਉਂ? ਕਹਿੰਦਾ ਕਿਤੇ ਸਾਨੂੰ ਫੜਾ ਤਾਂ ਨਾ ਦਿਓਗੇ। ਮੈਂ ਕਿਹਾ ਦੁਰ ਫਿੱਟੇ ਮੂੰਹ ਤੁਹਾਡਾ, ਮੈਂ ਕਿਹਾ ਸਿੱਖ ਹਾਂ ਮੈਂ ਕਿਹਾ ਹੁਣ ਮੈਂ ਤੁਹਾਨੂੰ ਜਾਣ ਨਹੀਂ ਦੇਣਾ, ਤੁਸੀਂ ਇੱਥੇ ਬੈਠੋ ਮੇਰੀ ਜਿਪਸੀ 'ਚ, ਮੈਂ ਤੁਹਾਨੂੰ ਖੁਦ ਛੱਡ ਕੇ ਆਊਂਗਾ ਮੋਹਾਲੀ। ਕਹਿੰਦਾ ਤੁਹਾਨੂੰ ਪਤਾ? ਮੈਂ ਕਿਹਾ ਮੈਨੂੰ ਇਹ ਵੀ ਪਤਾ ਤੁਸੀਂ ਢਿੱਲੋਂ ਦੇ ਘਰ ਜਾਣਾ, ਤੁਸੀਂ 11 ਫੇਜ਼ ਜਾਣਾ, ਤੁਸੀਂ ਮੈਨੂੰ ਸਮਝਦੇ ਜੇ ਮੈਂ ਸੈਕਟਰੀ ਜਨਰਲ 1000 ਬੰਦਾ ਮੈਨੂੰ ਰੋਜ਼ ਮਿਲਦਾ, ਮੈਨੂੰ ਸਭ ਪਤਾ ਤੁਸੀਂ ਕਿੱਥੇ ਰਹਿੰਦੇ ਜੇ, ਕਿੱਥੇ ਫਿਰਦੇ ਜੇ, ਕਿੱਥੇ ਖਾਂਦੇ ਜੇ, ਕਿੱਥੇ ਪੀਂਦੇ ਜੇ। ਸੋਹਣ ਸਿੰਘ ਵੀ ਇੱਥੇ ਫਿਰਦਾ, ਸਵੇਰੇ ਸੈਰ ਕਰਦਾ ਗਨਮੈਨ ਲੈ ਕੇ, ਰਾਤ ਨੂੰ ਖਾਲਿਸਤਾਨ ਕਰ ਦਿੰਦਾ। ਨੌਨਸੈਂਸ, ਆਈ ਨੋ ਐਵਰੀਥਿੰਗ। ਕਹਿੰਦਾ ਅੱਛਾ ਜੀ। ਮੈਂ ਕਿਹਾ ਹਾਂ। ਮੈਂ ਉਹਨਾਂ ਫਿਰ ਜਾ ਕੇ ਆਪ ਮੋਹਾਲੀ ਛੱਡ ਕੇ ਆਇਆ। ਅੱਛਾ, ਜੇ ਬਾਈਕਾਟ ਕਰਵਾਇਆ ਤਾਂ ਉਸ ਸਮੇਂ ਤਾਂ ਬੇਅੰਤ ਸਿੰਘ ਦੀ ਸਰਕਾਰ ਬਣ ਗਈ ਸੀ, ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ ਕੀ ਫਾਇਦਾ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਚੋਣਾਂ ਕਰਾਉਣ ਦਾ? ਕਮਾਲ ਹੈ ਭਾਈ ਸਾਹਿਬ, ਬਾਦਲ ਸਾਹਿਬ ਨੇ ਇਹਨਾਂ ਦੀ ਸਰਕਾਰ ਬਣਾਈ ਕਿ ਅਸੀਂ ਬਾਈਕਾਟ ਕਰਨਾ ਹੈ, ਕਿ ਅਸੀਂ 5 ਸਾਲ ਵੇਟ ਕਰ ਲਾਂਗੇ, ਇਹਨੂੰ ਸਾਰਿਆਂ ਨੂੰ ਮਾਰ ਕੁੱਟ ਕੇ ਸਿੱਧੇ ਕਰ ਲੈਂਦੇ ਹੋ, ਮੁੜ ਕੇ ਸਾਡੀ ਸਰਕਾਰ ਜਾਣੀ ਹੈ ਨਾ। ਲੋਕੀ ਕਹਿਣਗੇ ਬੜਾ ਮਾਰਿਆ ਕਾਂਗਰਸ ਨੇ, ਬੜਾ ਮਾਰਿਆ। ਉਹ ਆਰਾਮ ਨਾਲ ਉਹ ਘਰ ਬੈਠੇ ਆਪਦਾ ਐਸ਼ ਕਰਦੇ ਰਹੇ, ਸਰਕਾਰ ਦੇ ਨਾਲ ਮਿਲੇ ਸੀ ਤੇ ਮੁੜ ਕੇ ਉਹਨਾਂ ਸਾਰੇ ਮਰਵਾਤੇ। ਦੇਖੋ ਜਿੰਨੇ ਮਰਵਾਤੇ ਇਕੱਠੇ 500 ਇਕੱਠੇ ਫੜ ਲੈਣੇ। ਪਹਿਲਾਂ ਮੈਨੂੰ KPS ਗਿੱਲ ਨੂੰ ਮੈਨੂੰ ਸਮਝ ਨਹੀਂ ਆਈ, ਤੂੰ 7 ਸਾਲ ਇੱਥੇ DGP ਰਿਹਾ, ਜਦੋਂ ਤੂੰ ਆਇਆ 300 ਸੀ, ਫਿਰ 3000 ਹੋ ਗਏ, 5000 ਹੋ ਗਏ, 10000 ਹੋ ਗਏ, 50000 ਹੋ ਗਏ। ਤੇ ਜਦੋਂ ਬੇਅੰਤ ਸਿੰਘ ਦੀ ਸਰਕਾਰ ਆਈ ਤੇਰੇ ਕੋਲ ਕੀ ਚੁੰਬਕ ਆ ਗਿਆ? ਤੂੰ 6 ਮਹੀਨੇ ਸਾਰੇ ਮਾਰਤੇ। ਵਾਟ ਨੌਨਸੈਂਸ। ਅੱਧੇ ਇਹਨਾਂ ਦੇ ਆਪਣੇ ਸੀਗੇ ਕੈਟਸ, ਉਹ ਸਾਰੇ ਕੈਟਸ ਨੂੰ ਜਰਮਨ ਭੇਜਤੇ ਵੀਜ਼ੇ ਲਵਾ ਕੇ, ਸਰਕਾਰ ਨੇ ਵੀਜ਼ੇ ਲਵਾ ਕੇ ਦਿੱਤੇ ਨੇ। ਹਾਂਜੀ, ਕੁਝ ਤਾਂ ਅਸਲੀ ਚਲੇ ਗਏ, ਕੁਝ ਜਿਹੜੇ ਸੀ ਵੀ ਤੁਸੀਂ ਹੁਣ ਭਾਜੋ ਸਾਡਾ ਕੰਮ ਹੋ ਗਿਆ, ਬਾਕੀ ਇਹਨਾਂ ਨੇ ਮਾਰ ਮੂਰ ਦਿੱਤੇ ਜਿਹੜੇ ਨਾਮੀ ਸੀਗੇ। ਅੱਛਾ, ਤੁਸੀਂ ਉਹਨੇ 92 ਦੀ ਗੱਲ ਦੱਸੀ, ਉਹਨਾਂ ਪਾਉਂਦੇ ਆ 96 ਦੇ ਉੱਤੇ, ਤੁਸੀਂ ਵੀ ਉਸ ਸਮੇਂ ਮੌਜੂਦ ਹੈਗੇ ਸੀ। ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਹੋਇਆ ਸੀ 96 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ, ਨਾ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ, ਜਿੱਥੋਂ ਕਿ 11 ਜਿੱਤੇ ਵੀ ਸੀ। 97 ਦੇ ਵਿੱਚ ਗੱਠਜੋੜ ਤੋੜ ਦਿੱਤਾ ਜਾਂਦਾ।
ਅਕਾਲੀ ਦਲ ਵੱਲੋਂ ਬਸਪਾ ਦਾ ਬਹੁਤ ਸ਼ਾਇਦ ਲੋਕਾਂ ਨੂੰ ਘੱਟ ਪਤਾ ਹੋਊਗਾ ਜੋ ਨਵੀਂ ਰਾਜਨੀਤੀ ਵਿੱਚ ਆਏ ਨੇ, ਤੁਸੀਂ ਤਾਂ ਪੁਰਾਣੇ ਮਾਏ ਤੋਂ। ਅੱਜ ਦੁਬਾਰਾ ਗੱਠਜੋੜ ਹੋਇਆ, ਇਸ ਗੱਠਜੋੜ ਨੂੰ ਕਿੱਦਾਂ ਦੇਖਦੇ ਹੋ ਪੰਜਾਬ ਦੇ ਵਿੱਚ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ? ਪਹਿਲੀ ਗੱਲ ਕਿ ਬਸਪਾ ਨਾਲ ਅਸੀਂ 89 ਚ ਗੱਠਜੋੜ ਕੀਤਾ ਸੀ। ਅਸੀਂ ਲੱਖ ਸਿਮਰਨਜੀਤ ਮਾਨ ਨੇ ਪਾਰਟੀ ਨੇ ਜੋ ਤੁਸੀਂ ਪਾਰਟੀ ਨੇ ਸਿਮਰਨਜੀਤ ਮਾਨ ਤਾਂ ਜੇਲ੍ਹ ਸੀ। ਸਿਮਰਨਜੀਤ ਮਾਨ ਦੀ ਪਾਰਟੀ 'ਚ ਜਿੰਦੇ 'ਚ ਮੈਂ ਸੀ, ਬਾਬਾ ਜੋਗਿੰਦਰ ਸਿੰਘ ਸੀ, ਭਾਈ ਜਸਵੀਰ ਸਿੰਘ ਰੋਡੇ ਸੀ, ਮਾਨ ਦੀ ਭੈਣ ਸੀ, ਅਸੀਂ ਸਾਰੇ 5-7 ਸੀਗੇ। ਅਸੀਂ ਲਾਖੇ ਨੂੰ ਸੀਟ ਛੱਡੀ ਸੀ। ਅੰਮ੍ਰਿਤਸਰ ਦੀ ਸੀਟ ਅਸੀਂ ਚੀਫ ਖਾਲਸਾ ਦੀਵਾਨ ਨੂੰ ਦਿੱਤੀ ਸੀ। ਬਾਕੀ ਸੀਟਾਂ ਅਸੀਂ ਆਪ ਲੜੇ ਸੀ। ਅਸੀਂ ਲਾਖੇ ਨੂੰ ਅਸੀਂ MP ਬਣਾਇਆ ਸੀ। ਉੱਥੋਂ ਸ਼ੁਰੂਆਤ ਹੋਈ, ਉੱਥੋਂ ਉਹਨਾਂ ਦਾ ਮੁੱਢ ਬਣਿਆ, ਉੱਥੋਂ ਬਹੁਜਨ ਸਮਾਜ ਪਾਰਟੀ ਚੱਲੀ ਤੇ ਮੁੜ ਕੇ ਅਕਾਲੀਆਂ ਨੂੰ ਪਤਾ ਲੱਗ ਗਿਆ ਵੀ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਨਾਲ ਲੈ ਲਿਆ। 3 ਸੀਟਾਂ ਉਹ ਜਿੱਤ ਵੀ ਗਏ। ਮੁੜ ਕੇ ਆ ਗਈਆਂ ਅਸੈਂਬਲੀ ਦੀਆਂ ਚੋਣਾਂ, ਤੇ ਅਸੈਂਬਲੀ ਦੀਆਂ ਚੋਣਾਂ BJP ਨਾਲ ਇਹਨਾਂ ਨੇ ਕਰਨਾ ਸੀ ਤੇ ਯੂਜ਼ ਕਰਕੇ BSP ਨੂੰ ਉਹ ਮਾਰਿਆ, ਤੇ ਮੁੜ ਕੇ ਅਸੈਂਬਲੀ ਦੀਆਂ ਚੋਣਾਂ ਇਹਨਾਂ ਨੇ BSP ਬਹੁਜਨ ਉਹਦੇ ਨਾਲ ਕਰ ਲਿਆ, BJP ਨਾਲ, ਤੇ ਅੱਜ ਤੱਕ BJP ਨਾਲ ਰਿਹਾ। ਹੁਣ BJP ਨਾਲ ਛੱਡਿਆ ਕੋਈ ਨਹੀਂ ਹੈਗਾ। ਇਹ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। BJP ਦੇ 100% ਨਾਲ ਨੇ। ਜਿਹੜਾ ਬਸਪਾ ਨਾਲ ਹੁਣ ਸਮਝੌਤਾ ਹੋਇਆ ਉਹ BJP ਨੂੰ ਫਾਇਦਾ ਕਰਾਉਣ ਵਾਸਤੇ ਕੀਤਾ ਗਿਆ, ਔਰ ਮਾਇਆਵਤੀ ਤੋਂ ਡੰਡੇ ਨਾਲ BJP ਨੇ ਸਮਝੌਤਾ ਕਰਾਇਆ ਅਕਾਲੀਆਂ ਨਾਲ। ਇਹ ਐ ਨਹੀਂ ਸਮਝੌਤਾ ਹੋਇਆ, ਇਹਦੇ ਪਿੱਛੇ ਬਹੁਤ ਵੱਡੀ ਇੱਕ ਸਾਜ਼ਿਸ਼ ਹੈ। ਜਿੰਨੀਆਂ ਉਹਨਾਂ ਨੂੰ ਸੀਟਾਂ ਦਿੱਤੀਆਂ ਗਰੀਬਾਂ ਨੂੰ, ਜਿੱਥੇ ਉਹਨਾਂ ਨੂੰ 500 ਵੋਟ ਪਈ ਸੀ ਉਹ ਸੀਟਾਂ ਉਹਨਾਂ ਨੂੰ ਦਿੱਤੀਆਂ। ਜਿਹੜੀ ਉਹ ਤੇ 20,000 ਵੋਟ ਲਈ ਉਹ ਉਹਨਾਂ ਨੂੰ ਕੋਈ ਸੀਟ ਹੀ ਨਹੀਂ ਦਿੱਤੀ ਗਈ ਬਸਪਾ ਨੂੰ। ਹਾਂਜੀ, ਦੱਸੋ ਮੁਹੱਲੇ 'ਚ ਕੀ ਕਰੇਗੀ ਬਸਪਾ? ਅਨੰਦਪੁਰ ਸਾਹਿਬ 'ਚ ਕੀ ਕਰੇਗੀ ਬਸਪਾ? ਪਠਾਨਕੋਟ ਦੀਆਂ 3 ਸੀਟਾਂ 'ਤੇ ਕੀ ਕਰੇਗੀ ਬਸਪਾ? ਇਹ ਤਾਂ ਸਾਰਾ ਬਹੁਤ ਵੱਡਾ ਫਰਾਡ ਹੈ। ਮੈਨੂੰ ਬੜਾ ਅਫਸੋਸ ਹੈ ਕਿ ਭੈਣ ਮਾਇਆਵਤੀ ਨੇ ਕਿ ਤੂੰ ਸਾਰੀ ਉਮਰ ਇਹਨਾਂ ਗਰੀਬਾਂ ਨੂੰ, ਇਹਨਾਂ ਦਲਿਤਾਂ ਨੂੰ ਵੇਚਣ ਦਾ ਹੀ ਠੇਕਾ ਲੈ ਲਿਆ। ਕੁਛ ਤਾਂ ਸ਼ਰਮ ਕਰੋ ਯਾਰ, ਤੁਹਾਡਾ ਸਮਾਜ ਹੈ। ਤੁਸੀਂ ਹਰ ਵੇਲੇ ਉਹਨਾਂ ਨੂੰ ਹਰ ਆਉਂਦੇ ਦੇ ਪੈਸੇ 100 ਕਰੋੜ ਚੁੱਕਿਆ, 50 ਕਰੋੜ ਚੁੱਕਿਆ, ਪਾਰ ਕੇ ਵੇਚ ਕੇ ਉਹਨਾਂ ਨੂੰ ਜੀਣ ਦਿਓ। ਔਰ ਹੁਣ ਉਹ ਰਿਵੋਲਟ ਕਰਤੀ ਉਹਨਾਂ ਨੇ। ਹੁਣ ਉਹ ਸਾਰੀ ਬਹੁਜਨ ਸਮਾਜ ਪਾਰਟੀ ਰਿਵੋਲਟ 'ਤੇ ਹੈ, ਤੇ ਹੁਣ ਉਹ ਸਾਡੇ ਨਾਲ ਵੀ ਉਹਨਾਂ 'ਚ ਬਹੁਤ ਸਾਰੇ ਆਉਣਗੇ, ਕੰਟੈਕਟ ਵੀ ਕਰ ਰਹੇ ਹੈ। ਨਹੀਂ, ਮੇਰਾ ਇੱਕ ਆਖਰੀ ਸਵਾਲ ਹੈ, ਗੱਠਜੋੜ ਨੂੰ ਕਿੱਦਾਂ ਸਮਝੀ? ਜੇ ਤੁਸੀਂ ਹੁਣ ਜਿਵੇਂ ਜ਼ਿਕਰ ਕਰ ਰਹੇ ਹੈਗੇ ਹੋ ਕਿ ਉਹ ਸੀਟਾਂ ਦੇ ਦਿੱਤੀਆਂ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਵੀ ਨਹੀਂ, ਉਹ ਬਸਪਾ ਦੇ ਹਿੱਸੇ ਆ ਗਈਆਂ। ਬਸਪਾ ਨੂੰ ਕੁਝ ਵੋਟ ਹੀ ਨਹੀਂ ਪਈ ਉੱਥੇ, ਉਹ ਬਸਪਾ ਨੂੰ ਸੀਟਾਂ ਦੇ ਦਿੱਤੀਆਂ। ਹੁਣ ਮੁਹਾਲੀ ਦੀ ਸੀਟ ਕਿਉਂ ਦੇਤੀ? ਚੰਦੂ ਮਾਜਰਾ ਇੱਥੇ ਅਕਾਲੀ ਦਲ ਦੀ ਸੀਟ ਲੜਨਾ ਚਾਹੁੰਦਾ ਸੀ, ਉਹਨੂੰ ਸਦਾ ਵੀ ਮੈਂ ਮੁਹਾਲੀ ਕੱਢ ਦਿਆਂਗਾ ਕਿਉਂਕਿ MP ਵੀ ਰਿਹਾ ਇੱਥੋਂ, ਉਹਨੇ ਕੰਮ ਵੀ ਕੀਤਾ ਹੈ। ਉਹ ਚੰਦੂ ਮਾਜਰੇ ਨੂੰ ਆਊਟ ਕਰਨ ਵਾਸਤੇ ਉਹ ਬਸਪਾ ਦੇ ਕੋਟੇ ਦੇਤੀ ਸੀਟ, ਚੰਦੂ ਮਾਜਰਾ ਆਊਟ ਕਰਤਾ। ਇਹ ਗੇਮਾਂ ਖੇਡ ਰਹੇ ਨੇ। ਥੀਸ ਆਰ ਗੇਮਸ ਬੀਇੰਗ ਪਲੇਡ। ਠੀਕ ਹੈ, ਫਸਣ ਦਿਓ, ਆਉਣ ਦਿਓ। ਚਲੋ ਆਪਾਂ ਇੱਕ ਸੌਖਾ ਸਵਾਲ ਹੈ ਕਿ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਦੇ ਨਾਲ ਜੋ ਦਲਿਤ ਨੇ ਪੰਜਾਬ 'ਚ, ਉਹਨਾਂ ਦਾ ਭਲਾ ਹੋ ਜਾਊਗਾ, ਉਹਨਾਂ ਦੀ ਸੁਣਵਾਈ ਹੋ ਜਾਊਗੀ? ਹੁਣ ਦਲਿਤਾਂ ਨੇ ਜਾਣਾ ਹੀ ਨਹੀਂ ਉਹਨਾਂ ਨਾਲ। ਆਹ ਦਲਿਤ ਹੀ ਤਾਂ ਬੈਠੇ ਸਾਰੇ, ਤੁਸੀਂ ਅੱਜ ਜਿਹੜੇ ਦੇਖੇ ਦਲਿਤਾਂ ਦੇ ਲੀਡਰ ਬੈਠੇ ਹੈ, ਦਲਿਤਾਂ ਦਾ ਕੇਜਰੀਵਾਲ ਦਾ ਮੰਤਰੀ ਬੈਠਾ ਹੈ, ਸਾਰੇ ਅੰਮ੍ਰਿਤਸਰ ਲੁਧਿਆਣੇ ਸਾਰੀਆਂ ਮੀਟਿੰਗਾਂ ਕਰੀ ਬੈਠਾ ਹੈ, ਸਾਰੀ ਦੁਨੀਆ 'ਚ ਤੁਰਿਆ ਫਿਰਦਾ ਹੈ। ਤੇ ਦਲਿਤ ਇਹਨਾਂ ਨਾਲ ਜਾਣਗੇ ਕਿਉਂ? ਤੇ ਜਿਹੜੇ ਹੈਗੇ ਉਹ ਸਾਨੂੰ ਛੱਡ ਕੇ ਫਿਰ ਉਹ ਵੀ ਆ ਰਹੇ ਅਗਲੇ ਹਫਤੇ। ਤੁਸੀਂ ਦੇਖਿਓ ਅਗਲੇ ਹਫਤੇ ਉਹਨਾਂ ਦੀ ਪ੍ਰੈਸ ਕਾਨਫਰੰਸ ਕਰਾਂਗੇ, ਸਾਰੀ ਬੋਲ ਜਾਣ। ਤੁਹਾਡੇ 'ਚ ਵੀ ਹੁਣ ਬਸਪਾ ਵਾਲੇ ਸ਼ਾਮਲ ਹੋ ਗਏ? ਆ ਰਹੇ, ਬੜੇ ਆ ਰਹੇ, ਇਨ ਟੱਚ ਨੇ। ਮੇਰੇ ਇੱਕ ਆਖਰੀ ਸਵਾਲ ਹੈ, ਪੰਜਾਬ 'ਚ ਕਿੱਦਾਂ ਜਾਓਗੇ? ਕੀ ਚੀਜ਼ਾਂ ਪੰਜਾਬ 'ਚ ਲੈ ਕੇ ਜਾਓਗੇ? ਸਮਾਂ ਬਹੁਤ ਘੱਟ ਹੈ ਆਪਣੇ ਕੋਲ। ਇੱਕ ਆਖਰੀ ਸਵਾਲ ਹੈ, ਪੰਜਾਬ ਦੇ ਲੋਕਾਂ ਨੂੰ ਤੁਸੀਂ ਕੀ ਨਵੀਂ ਚੀਜ਼ਾਂ ਦੇ ਰਹੇ ਹੋ ਪੰਜਾਬ ਦੇ ਖਾਸ ਕਰਕੇ ਕਿਸਾਨਾਂ ਨੂੰ ਲੈ ਕੇ? 3 ਚੀਜ਼ਾਂ ਨੇ ਸਾਡੇ ਕੋਲੇ ਪੰਜਾਬ ਦਾ ਜੇ ਸੁਧਾਰ ਕਰਨਾ ਤੇ ਐਗਰੀਕਲਚਰ, ਓਕੇ, ਹੈਲਥ ਤੇ ਐਜੂਕੇਸ਼ਨ। ਅਗਰ ਤੁਸੀਂ ਇਹ 3 ਚੀਜ਼ਾਂ ਸੁਧਾਰ ਜਾਂਦੇ ਜੇ ਤੇ ਪੰਜਾਬ ਵਾਪਸ ਲਾਈਨ ਤੇ ਆ ਜਾਂਦਾ। ਇਹ ਸੁਧਾਰਨੀਆਂ ਕਿਵੇਂ ਕਹੋਗੇ? ਪੈਸਾ ਕਿੱਥੋਂ ਆਊਗਾ? ਲਿਕਰ ਕਾਰਪੋਰੇਸ਼ਨ, ਸੈਂਡ ਮਾਫੀਆ ਕਾਰਪੋਰੇਸ਼ਨ, ਬੱਸਾਂ ਦੇ ਸਾਰੇ ਇਹਨਾਂ ਦੇ ਪਰਮਿਟ ਕੈਂਸਲ। ਸਭ ਤੋਂ ਪਹਿਲਾਂ ਇਹਨਾਂ ਦੀਆਂ ਪੈਨਸ਼ਨਾਂ ਖਤਮ ਜਿਹੜੀਆਂ 5-5 ਲੈ ਰਹੇ ਨੇ। ਪਹਿਲੀ ਕੈਬਨਿਟ ਮੀਟਿੰਗ ਇਹਨਾਂ ਦੀਆਂ ਪੈਨਸ਼ਨਾਂ ਖਤਮ। ਤੁਸੀਂ ਪੈਨਸ਼ਨ ਲਓਗੇ? ਤੁਹਾਡੇ ਕੋਈ MLA ਬਣਿਆ? ਨੈਵਰ। ਸਾਨੂੰ ਰੱਬ ਪੈਨਸ਼ਨ ਦੇ ਰਿਹਾ ਯਾਰ, ਆਲਰੇਡੀ ਫੌਜ ਦੇ ਰਹੀ ਪੈਨਸ਼ਨ। ਵਾਈ ਸ਼ੁੱਡ ਆਈ ਹੈਵ ਦਿਸ ਪੈਨਸ਼ਨ? ਲੋਕਾਂ ਗਰੀਬਾਂ ਦਾ ਪੈਸਾ ਮੈਂ ਕਿਉਂ ਲਵਾਂ? ਮੈਂ ਇਹਨਾਂ ਦੀਆਂ ਪੈਨਸ਼ਨਾਂ ਅਸੀਂ ਖਤਮ ਕਰਾਂਗੇ। ਜਿਹੜੇ ਅਡਾਕ ਨੇ ਜਿਨ੍ਹਾਂ ਨੂੰ ਡਾਂਗਾ ਮਾਰ ਰਹੇ ਨੇ, ਪਹਿਲੀ ਕੈਬਨਿਟ ਮੀਟਿੰਗ ਸਾਰਿਆਂ ਨੂੰ ਰੈਗੂਲਰ ਕਰਾਂਗੇ। ਟੀਚਰ ਜਾਂ ਬਾਕੀ ਸਭ ਨੂੰ ਰੈਗੂਲਰ, ਕੋਈ ਅਡਾਕਿਜ਼ਮ ਨਹੀਂ ਹੋਏਗਾ ਸਾਡੀ ਪਾਰਟੀ 'ਚ। ਔਰ ਪੈਸਾ ਕਿੱਥੋਂ ਆਊਗਾ? ਲਿਕਰ ਕਾਰਪੋਰੇਸ਼ਨ ਤੋਂ ਆਊਗਾ 40-50 ਹਜ਼ਾਰ ਕਰੋੜ। ਕੋਈ ਜਾਲੀ ਫੈਕਟਰੀ ਨਹੀਂ ਚੱਲਣ ਦਿਆਂਗੇ, ਕੋਈ ਬੋਤਲ ਵੀ ਨਹੀਂ ਵਿਕਣ ਦਿਆਂਗੇ ਜਾਲੀ ਫੈਕਟਰੀ ਦਾ ਕਿਤੇ ਰਹੀ। ਔਰ ਸੈਂਡ ਮਾਫੀਆ ਵਾਲਾ ਪੈਸਾ ਸਾਰਾ ਆਏਗਾ, 20,000-25,000 ਕਰੋੜ ਉੱਥੋਂ ਆਏਗਾ। ਅਸੀਂ ਤੁਹਾਡਾ ਟਰਾਂਸਪੋਰਟ ਤੋਂ ਵੀ 25,000 ਕਰੋੜ ਕਮਾਵਾਂਗੇ। ਅਸੀਂ ਜੋ ਇਹ ਕਮਾ ਰਹੇ ਨੇ ਨਾ ਡੀਜ਼ਲ ਤੇ ਪੈਟਰੋਲ ਤੇ ਜੋ GST ਮਿਲਦੀ ਹੈ, ਅਸੀਂ ਇਸ ਤੋਂ ਇਲਾਵਾ 70-80 ਹਜ਼ਾਰ ਕਰੋੜ ਰੁਪਈਆ ਐਕਸਟਰਾ ਕਮਾਵਾਂਗੇ। ਔਰ ਅਸੀਂ ਕਿਸਾਨਾਂ ਦਾ MSP ਦਿਆਂਗੇ, ਛੋਲਿਆਂ 'ਤੇ ਵੀ ਦਿਆਂਗੇ, ਅਸੀਂ ਮਸਰ 'ਤੇ ਵੀ ਦਿਆਂਗੇ, ਸਰੋਂ 'ਤੇ ਵੀ ਦਿਆਂਗੇ, ਮੂੰਗੀ 'ਤੇ ਵੀ ਦਿਆਂਗੇ। ਸਾਰਾ ਮਾਲ ਆਪ ਖਰੀਦਾਂਗੇ, ਸਾਰਾ ਹੀ ਸਰਕਾਰ ਖਰੀਦੂਗੀ ਔਰ ਰਿਟੇਲ ਵੇਚਾਂਗੇ। ਜਿਵੇਂ ਮੇਰਾ ਮੋਦੀ ਖਾਨਾ ਖਰੜ ਚੱਲ ਰਿਹਾ, ਹੁਣ ਮੈਂ ਬਾਜ਼ਾਰੋਂ ਲੈ ਖਰੀਦਾਂ। ਮੇਰੀ ਸਰਕਾਰ ਹੋਏ ਤਾਂ ਮੈਂ ਇਹੋ ਜਿਹੇ ਮੋਦੀ ਖਾਨੇ ਚੱਪੇ ਤੇ ਨਾ ਖੋਲ੍ਹ ਦਿਆਂਗਾ ਸਰਕਾਰ ਦੇ। ਉਹਦੇ 'ਚ 1 ਲੱਖ ਬੱਚਿਆਂ ਨੂੰ ਨੌਕਰੀ ਦਿਆਂਗੇ।
1 ਲੱਖ ਕਰੋੜ ਉਹਨਾਂ ਨੂੰ ਤਨਖਾਹਾਂ ਦੇਵਾਂਗੇ, 2 ਲੱਖ ਕਰੋੜ ਵਟਾਂਗੇ, 1 ਲੱਖ ਕਰੋੜ ਸਾਡੀ ਕਿੱਟੀ 'ਚ ਆਏਗਾ। ਬਹੁਤ ਕੁਝ ਹੈ, ਬਾਕੀ ਤੁਹਾਨੂੰ ਦੱਸਾਂਗੇ ਅਸੀਂ ਜਿਹੜਾ ਸਾਡਾ ਵਿਜ਼ਨ ਹੈ। ਮੈਂ ਵਿਜ਼ਨ ਸੌਰੀ ਮੈਂ ਥੋੜ੍ਹਾ ਜਿਹਾ ਲੀਕ ਕਰਤਾ, ਪਰ ਬਾਕੀ ਮੈਂ ਕੁਝ ਵੀ ਅਜੇ ਲੀਕ ਨਹੀਂ ਕਰਨਾ। ਤੇ ਸਾਰੀ ਗੱਲਬਾਤ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਕੈਪਟਨ ਚੰਨਨ ਸਿੰਘ, ਕੀਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਲੋਕਾਂ ਨੂੰ ਨਾਲ ਜੋੜਿਆ ਗਿਆ। ਕੇਜਰੀਵਾਲ ਦੇ ਮੰਤਰੀ ਵੀ ਇੱਕ ਨਾਲ ਜੁੜੇ ਹੈਗੇ ਨੇ। ਤਾਂ 1999 ਦੇ ਵਿੱਚ ਸਿਮਰਨਜੀਤ ਮਾਨ ਦੀ ਪਾਰਟੀ ਨੇ ਸਮਝੌਤਾ ਕੀਤਾ ਸੀ ਬਸਪਾ ਨਾਲ। 1996 ਦੇ ਵਿੱਚ ਸਮਝੌਤਾ ਹੋਇਆ ਸੀ ਬਸਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ। 2021 ਦੇ ਵਿੱਚ ਫਿਰ ਦੁਬਾਰਾ ਸਮਝੌਤਾ ਹੋਇਆ ਬਸਪਾ ਦੇ ਨਾਲ। ਦੇਖਾਂਗੇ ਰਾਜਨੀਤੀ ਸਮੀਕਰਨ ਕੀ ਬਦਲਦੇ ਨੇ, ਕਿਵੇਂ ਕਿਵੇਂ ਘੁੰਮੂਗੀ, ਇਹ ਤਾਂ ਸਮਾਂ ਦੱਸੂਗਾ। ਪਰ ਚੋਣਾਂ ਦਾ ਜਿਹੜਾ ਆਗਾਜ਼ ਹੋ ਚੁੱਕਿਆ, ਬਿਗਲ ਵੱਜ ਚੁੱਕਿਆ। ਕੁਛ ਹੀ ਮਹੀਨੇ ਬਾਕੀ ਨੇ ਪੰਜਾਬ ਵਿੱਚ ਚੋਣਾਂ ਨੂੰ ਲੈ ਕੇ, ਔਰ ਕਿਸਾਨ ਵੀ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਕਿਸਾਨ ਕੀ ਸੋਚਣਗੇ, ਕਿਸਾਨ ਕਿਸ ਵੱਲ ਜਾਣਗੇ, ਇਹ ਪੰਜਾਬ ਵਿੱਚ ਦੇਖਣਾ ਬਹੁਤ ਹੀ ਜ਼ਰੂਰੀ ਹੋਏਗਾ।